ਪਿਆਰੇ ਵਿਦਿਆਰਥੀਓ, ਅਸੀਂ ਸੀ ਲੈਂਗੁਏਜ ਵਿੱਚ ਫੰਕਸ਼ਨਸ ਦੇ ਬਾਰੇ ਜਿਹੜੀ ਹੈਗੀ ਡਿਸਕਸ਼ਨ ਕਰਨ ਜਾ ਰਹੇ ਹਾਂ। ਅਤੇ ਪਹਿਲਾਂ ਅਸੀਂ ਦੇਖੇ ਸੀਗੇ ਕਿ ਅਸੀਂ ਸੀ ਦੇ ਵਿੱਚ ਜਿਹੜੇ ਹੈਗੇ ਆ ਕੁਝ ਲਾਇਬ੍ਰੇਰੀ ਫੰਕਸ਼ਨਸ ਜਿਹੜੇ ਹੈਗੇ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਅਰਥਮੈਟਿਕ ਓਪਰੇਸ਼ਨਸ ਵਾਸਤੇ, ਅਤੇ ਉਹਨਾਂ ਵਾਸਤੇ ਅਸੀਂ ਜਿਹੜਾ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਆ ਉਹ ਅਸੀਂ ਇਨਕਲੂਡ ਕਰਦੇ ਸੀ ਪ੍ਰੋਗਰਾਮ ਦੇ ਵਿੱਚ, ਹੈਸ਼ ਇਨਕਲੂਡ math.h। ਤੋ ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੇ ਯੂਜ਼ਰ ਡਿਫਾਈਨਡ ਫੰਕਸ਼ਨਸ ਵੀ ਹੁੰਦੇ ਆ। ਯੂਜ਼ਰ ਡਿਫਾਈਨਡ ਫੰਕਸ਼ਨ ਦਾ ਇਹ ਮਤਲਬ ਹੈਗਾ ਵਾ ਕਿ ਇਹ ਇਨਬਿਲਟ ਫੰਕਸ਼ਨ ਨਹੀਂ ਆ, ਪਰ ਯੂਜ਼ਰ ਦੇ ਦੁਆਰਾ ਲਿਖੇ ਜਾਂਦੇ ਆ। ਜਿਸ ਤਰ੍ਹਾਂ ਦੀ ਮੇਨ ਐਗਜ਼ਾਮਪਲ ਹੈਗੀ ਕਿ ਜਿਹੜਾ ਮੇਨ ਫੰਕਸ਼ਨ ਆ ਉਹ ਜਿਹੜਾ ਹੈਗਾ ਯੂਜ਼ਰ ਦੇ ਦੁਆਰਾ ਲਿਖਿਆ ਜਾਂਦਾ ਵਾ। ਤੋ ਇਸੇ ਤਰ੍ਹਾਂ ਹੀ ਅਸੀਂ ਮੇਨ ਫੰਕਸ਼ਨ ਲਿਖ ਸਕਦੇ ਹਾਂ, ਅਤੇ ਅਸੀਂ ਡਿਫਾਈਨ ਕਰ ਸਕਦੇ ਹਾਂ, ਲਿਖ ਸਕਦੇ ਹਾਂ ਉਹਨਾਂ ਦੀ ਬੋਡੀ। ਅਤੇ ਫਿਰ ਜਿਹੜੇ ਹੈਗੇ ਅਸੀਂ ਸਬ ਫੰਕਸ਼ਨਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਡਿਫਾਈਨ ਕਰ ਸਕਦੇ ਹਾਂ ਅਤੇ ਉਹਨਾਂ ਦੀ ਬੋਡੀਜ਼ ਹੈਗੀਆਂ ਅਸੀਂ ਲਿਖ ਸਕਦੇ ਹਾਂ। ਤੋ ਅਗਲੀ ਗੱਲ ਇਹ ਹੈਗੀ ਹੈ ਕਿ ਸਾਡਾ ਪਰਪਜ਼ ਕੀ ਹੈਗਾ ਫੰਕਸ਼ਨ ਲਿਖਣ ਦਾ। ਫੰਕਸ਼ਨ ਲਿਖਣ ਦਾ ਪਰਪਜ਼ ਬੇਸਿਕਲੀ ਇਹ ਹੈਗਾ ਕਿ ਕਿਉਂਕਿ ਜਦੋਂ ਅਸੀਂ ਮੇਨ ਫੰਕਸ਼ਨਸ ਲਿਖਦੇ ਹਾਂ ਅਤੇ ਅਸੀਂ ਮੇਨ ਫੰਕਸ਼ਨ ਨੂੰ ਅਸੀਂ ਇੱਕ ਹੀ ਪ੍ਰੋਗਰਾਮ ਦੇ ਵਿੱਚ ਲਿਖਦੇ ਹਾਂ, ਅਤੇ ਕਈ ਵਾਰੀ ਕੀ ਹੁੰਦਾ ਕਿ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਅਸੀਂ ਕੁਝ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਉਹਨਾਂ ਨੂੰ ਰਿਪੀਟਡਲੀ ਲਿਖਣਾ ਹੁੰਦਾ ਵਾ, ਅਤੇ ਉਹਦੇ ਨਾਲ ਕੀ ਹੁੰਦਾ ਵਾ ਕਿ ਸਾਨੂੰ ਬਾਰ-ਬਾਰ ਉਹ ਸਟੇਟਮੈਂਟਸ ਲਿਖਣੀਆਂ ਪੈਂਦੀਆਂ। ਉਹਦੇ ਨਾਲ ਪ੍ਰੋਗਰਾਮ ਜਿਹੜਾ ਹੈਗਾ ਸਾਡਾ ਉਹ ਕੰਪਲੈਕਸ ਹੋ ਜਾਂਦਾ ਵਾ। ਤੋ ਇਸ ਕਰਕੇ ਜਿਹੜੀਆਂ ਸਟੇਟਮੈਂਟਸ ਅਸੀਂ ਰਿਪੀਟਡਲੀ ਲਿਖਣੀਆਂ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵਾ ਫੰਕਸ਼ਨ ਦੇ ਵਿੱਚ ਜਿਹੜਾ ਹੈਗਾ ਵਾ ਉਹ ਲਿਖ ਲੈਂਦੇ ਹਾਂ, ਤਾਂ ਕਿ ਅਸੀਂ ਜਿਹੜਾ ਹੈਗਾ ਵਾ ਆਪਣਾ ਜਿਹੜਾ ਮੇਨ ਪ੍ਰੋਗਰਾਮ ਆ ਉਹਨੂੰ ਕੰਪਲੈਕਸ ਹੋਣ ਤੋਂ ਬਚਾ ਸਕੀਏ, ਔਰ ਜਦੋਂ ਅਸੀਂ ਉਹਦਾ ਕੋਡ ਜਿਹੜਾ ਹੈਗਾ ਪੜ੍ਹੀਏ ਅਤੇ ਅਸੀਂ ਉਹਨੂੰ ਈਜ਼ੀਲੀ ਅੰਡਰਸਟੈਂਡ ਕਰ ਸਕੀਏ। ਤੋ ਅਸੀਂ ਇੱਕ ਫੰਕਸ਼ਨ ਲਿਖਦੇ ਹਾਂ ਇਹ ਪ੍ਰੋਗਰਾਮ ਦੀ ਕੰਪਲੈਕਸਿਟੀ ਨੂੰ ਦੂਰ ਕਰਨ ਵਾਸਤੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਸਬ ਫੰਕਸ਼ਨ। ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਬ ਫੰਕਸ਼ਨ ਵੀ ਜਿਹੜਾ ਹੈਗਾ ਵਾ ਸਾਨੂੰ ਜਿਹੜੇ ਹੈਗੇ ਆ ਰਿਜ਼ਲਟਸ ਦਿੰਦਾ ਵਾ ਜਦੋਂ ਅਸੀਂ ਉਹਨੂੰ ਇਨਪੁਟਸ ਦਿੰਦੇ ਹਾਂ, ਔਰ ਇਹ ਕਿਸੇ ਖਾਸ ਪਰਪਜ਼ ਵਾਸਤੇ ਲਿਖਿਆ ਜਾਂਦਾ ਵਾ, ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਲਿਖਿਆ ਜਾਂਦਾ ਵਾ। ਦੂਸਰੇ ਸ਼ਬਦਾਂ ਦੇ ਵਿੱਚ ਕਹਿ ਸਕਦਾ ਹਾਂ ਕਿ ਕਿਸੇ ਪ੍ਰੋਬਲਮ ਨੂੰ ਦੂਰ ਕਰਨ ਲਈ ਅਸੀਂ ਜਦੋਂ ਇੱਕ ਫੰਕਸ਼ਨ ਲਿਖਦੇ ਹਾਂ ਅਤੇ ਅਸੀਂ ਉਹਨੂੰ ਮੇਨ ਪ੍ਰੋਗਰਾਮ ਤੋਂ ਜਾਂ ਮੇਨ ਫੰਕਸ਼ਨ ਤੋਂ ਕਾਲ ਕਰਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਕਿ ਉਹ ਸਾਡਾ ਸਬ ਫੰਕਸ਼ਨ ਹੈ। ਔਰ ਅਸੀਂ ਸਬ ਫੰਕਸ਼ਨ ਨੂੰ ਜਿਹੜਾ ਹੈਗਾ ਮੇਨ ਪ੍ਰੋਗਰਾਮ ਵਿੱਚ ਜਿੰਨੀ ਵਾਰੀ ਚਾਹੀਏ ਅਸੀਂ ਜਿਹੜਾ ਹੈਗਾ ਕਾਲ ਕਰ ਸਕਦੇ ਹਾਂ। ਹੁਣ ਅਗਲੀ ਗੱਲ ਹੈਗੀ ਆ ਕਿ ਅਸੀਂ ਜਿਹੜੇ ਫੰਕਸ਼ਨਸ ਹੈਗੇ ਇਹਨਾਂ ਦੀ ਕਲਾਸੀਫਿਕੇਸ਼ਨ ਕਰ ਸਕਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿ ਫੰਕਸ਼ਨਸ ਦੀਆਂ ਹੇਠਲੀਆਂ ਟਾਈਪਸ ਹੁੰਦੀਆਂ ਹਨ, ਲਾਇਬ੍ਰੇਰੀ ਫੰਕਸ਼ਨਸ ਔਰ ਯੂਜ਼ਰ ਡਿਫਾਈਨਡ ਫੰਕਸ਼ਨਸ। ਲਾਇਬ੍ਰੇਰੀ ਫੰਕਸ਼ਨਸ ਉਹ ਫੰਕਸ਼ਨਸ ਆ ਜਿਹੜੇ ਇਨਬਿਲਟ ਫੰਕਸ਼ਨਸ ਆ ਔਰ ਸੀ ਦੀ ਲਾਇਬ੍ਰੇਰੀ ਦੇ ਵਿੱਚ ਸਾਨੂੰ ਮਿਲਦੇ ਆ। ਇਹਨਾਂ ਦੀਆਂ ਸੀ ਦੀ ਲਾਇਬ੍ਰੇਰੀ ਦੇ ਵਿੱਚ ਇਹਨਾਂ ਦੀਆਂ ਡੈਫੀਨੇਸ਼ਨਸ ਹੁੰਦੀਆਂ, ਅਸੀਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਤੋਂ ਕਾਲ ਕਰ ਲੈਂਦੇ ਹਾਂ ਅਸੀਂ ਇਹਨਾਂ ਦੇ ਥਰੂ ਰਿਜ਼ਲਟ ਪ੍ਰਾਪਤ ਕਰ ਲੈਂਦੇ ਹਾਂ। ਯੂਜ਼ਰ ਡਿਫਾਈਨਡ ਫੰਕਸ਼ਨਸ ਉਹ ਫੰਕਸ਼ਨਸ ਜਾਂ ਫਿਰ ਦੁਬਾਰਾ ਕਹਿਣ ਲੱਗਾ ਵਾਂ ਕਿ ਜਿਹੜੇ ਯੂਜ਼ਰ ਦੁਆਰਾ ਜਾਂ ਪ੍ਰੋਗਰਾਮਰ ਦੇ ਦੁਆਰਾ ਜਿਹੜੇ ਹੈਗੇ ਡਿਫਾਈਨ ਕੀਤੇ ਜਾਂਦੇ ਆ ਅਤੇ ਉਹਨਾਂ ਦੀਆਂ ਬੋਡੀਜ਼ ਲਿਖੀਆਂ ਜਾਂਦੀਆਂ ਵਾ ਕਿਸੇ ਖਾਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ। ਹੁਣ ਫਿਰ ਜੇ ਅਗਲੀ ਗੱਲ ਆ ਗਈ ਅਸੀਂ ਯੂਜ਼ਰ ਡਿਫਾਈਨਡ ਫੰਕਸ਼ਨਸ ਜਿਹੜੇ ਹੈਗੇ ਆ, ਫਿਰ ਮੈਂ ਜੇ ਅਗਰ ਰਿਪੀਟ ਕਰਾਂ ਗੱਲ ਤਾਂ ਉਹੀ ਆ, ਯੂਜ਼ਰ ਡਿਫਾਈਨਡ ਉਹ ਫੰਕਸ਼ਨਸ ਆ ਜਿਹੜੇ ਯੂਜ਼ਰ ਦੇ ਦੁਆਰਾ ਜਿਹੜੇ ਹੈਗੇ ਡਿਫਾਈਨ ਕੀਤੇ ਜਾਂਦੇ ਆ ਅਤੇ ਉਹਨਾਂ ਦੀਆਂ ਬੋਡੀਜ਼ ਲਿਖੀਆਂ ਜਾਂਦੀਆਂ ਵਾ ਕਿਸੇ ਖਾਸ ਪਰਪਜ਼ ਨੂੰ ਸੋਲਵ ਕਰਨ ਦੀ। ਅਤੇ ਇਹਨਾਂ ਦੀ ਜ਼ਰੂਰਤ ਕਿਉਂ ਸਾਨੂੰ ਪੈਂਦੀ, ਨੀਡ ਆਫ ਫੰਕਸ਼ਨ ਦੀ ਸਾਨੂੰ ਇਸ ਕਰਕੇ ਜ਼ਰੂਰਤ ਪੈਂਦੀ ਆ ਤਾਂ ਕਿ ਅਸੀਂ ਕਿਸੇ ਮੇਨ ਪ੍ਰੋਗਰਾਮ ਦੀ ਜਿਹੜੀ ਕੰਪਲੈਕਸਿਟੀ ਆ ਉਹਨੂੰ ਦੂਰ ਕਰ ਸਕੀਏ, ਔਰ ਫੰਕਸ਼ਨ ਨੂੰ ਅਸੀਂ ਜਿਹੜਾ ਹੈਗਾ ਵਾ ਮੇਨ ਫੰਕਸ਼ਨ ਦੇ ਵਿੱਚੋਂ ਜਿਹੜਾ ਹੈਗਾ ਬਾਰ-ਬਾਰ ਅਸੀਂ ਉਹਨੂੰ ਕਾਲ ਕਰ ਸਕਦੇ ਹਾਂ। ਜੇ ਅਸੀਂ ਚਾਹੀਏ ਤਾਂ ਅਸੀਂ ਇੱਕ ਵਾਰੀ ਵੀ ਕਾਲ ਕਰ ਸਕਦੇ ਹਾਂ, ਅਸੀਂ ਚਾਹੀਏ ਤਾਂ ਇੱਕ ਤੋਂ ਜ਼ਿਆਦਾ ਵਾਰ ਵੀ ਕਾਲ ਅਸੀਂ ਕਰ ਸਕਦੇ ਹਾਂ, ਕਿਉਂਕਿ ਜਿਹੜਾ ਫੰਕਸ਼ਨ ਹੁੰਦਾ ਇਹ ਕਿਸੇ ਖਾਸ ਪਰਪਜ਼ ਨੂੰ ਸੋਲਵ ਕਰਨ ਵਾਸਤੇ ਲਿਖਿਆ ਗਿਆ ਹੁੰਦਾ ਵਾ। ਅਤੇ ਜਦੋਂ ਹੀ ਸਾਨੂੰ ਉਸ ਤਰ੍ਹਾਂ ਦੀ ਪ੍ਰੋਬਲਮ ਸੋਲਵ ਕਰਨ ਦੀ ਸਾਨੂੰ ਜ਼ਰੂਰਤ ਪੈਂਦੀ ਆ ਅਤੇ ਅਸੀਂ ਫੰਕਸ਼ਨ ਨੂੰ ਜਿਹੜਾ ਹੈਗਾ ਕਾਲ ਕਰ ਲੈਂਦੇ ਹਾਂ। ਤੋ ਇਹਦੀਆਂ ਅਗਲੀ ਗੱਲ ਹੈਗੀ ਕਿ ਫੰਕਸ਼ਨ ਦੀਆਂ ਐਡਵਾਂਟੇਜਸ ਕੀ ਆ, ਇਹਦੇ ਲਾਭ ਕੀ ਆ। ਐਡਵਾਂਟੇਜਸ ਇਹ ਹੈਗਾ ਕਿ ਇਟ ਫੈਸਿਲੀਟੇਟਸ ਟੌਪ ਡਾਊਨ ਮਾਡਿਊਲਰ ਪ੍ਰੋਗਰਾਮਿੰਗ। ਹਾਂ, ਇਹਦੇ ਵਿੱਚ ਕੀ ਹੁੰਦਾ ਕਿ ਸਾਡੀ ਟੌਪ ਤੋਂ ਡਾਊਨਵਰਡ ਜਿਹੜੀ ਹੈਗੀ ਪ੍ਰੋਗਰਾਮਿੰਗ ਹੋ ਜਾਂਦੀ। ਅਸੀਂ ਮਾਡਿਊਲਸ ਜਿਹੜੇ ਛੋਟੇ ਛੋਟੇ ਫੰਕਸ਼ਨਸ ਲਿਖਦੇ ਹਾਂ ਉਹ ਸਾਡੇ ਮਾਡਿਊਲਸ ਹੁੰਦੇ ਆ। ਪਹਿਲਾਂ ਸਾਡਾ ਟੌਪ ਦੇ ਉੱਤੇ ਕੀ ਹੁੰਦਾ, ਸਾਡਾ ਮੇਨ ਫੰਕਸ਼ਨ ਹੁੰਦਾ ਵਾ, ਉਹਦੇ ਤੋਂ ਥੱਲੇ ਸਾਡੇ ਜਿਹੜੇ ਸਬ ਫੰਕਸ਼ਨ ਹੁੰਦੇ ਆ। ਇਸ ਕਰਕੇ ਅਸੀਂ ਇਸ ਅਪਰੋਚ ਨੂੰ ਕਹਿ ਦਿੰਦੇ ਹਾਂ ਟੌਪ ਡਾਊਨ ਮਾਡਿਊਲਰ ਪ੍ਰੋਗਰਾਮਿੰਗ। ਅਤੇ ਇਹਦੇ ਨਾਲ ਕੀ ਹੁੰਦਾ ਵਾ ਕਿ ਸਾਡੀ ਜਿਹੜੀ ਪ੍ਰੋਬਲਮ ਹੁੰਦੀ ਆ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ, ਅਤੇ ਉਹਨੂੰ ਸਮਝਣਾ ਜਿਹੜਾ ਹੁੰਦਾ, ਅੰਡਰਸਟੈਂਡ ਕਰਨਾ ਹੁੰਦਾ ਵਾ, ਉਹ ਸੌਖਾ ਹੋ ਜਾਂਦਾ ਅਤੇ ਉਹਦੇ ਸੋਲਿਊਸ਼ਨ ਪ੍ਰਾਪਤ ਕਰਨਾ ਵੀ ਸਾਨੂੰ ਜਿਹੜਾ ਹੈਗਾ ਸੌਖਾ ਹੋ ਜਾਂਦਾ ਵਾ। ਅਗਲੀ ਐਡਵਾਂਟੇਜ ਇਹ ਹੈ ਕਿ ਲੈਂਥ ਆਫ ਏ ਪ੍ਰੋਗਰਾਮ ਕੈਨ ਬੀ ਰਿਡਿਊਸਡ ਯੂਜ਼ਿੰਗ ਫੰਕਸ਼ਨਸ। ਹਾਂ, ਹੁਣ ਜਿਹੜਾ ਹੈਗਾ ਪ੍ਰੋਗਰਾਮ ਦੀ ਲੈਂਥ ਆ ਅਸੀਂ ਫੰਕਸ਼ਨਸ ਲਿਖ ਕੇ ਜਿਹੜੀ ਹੈਗੀ ਆ ਉਹ ਰਿਡਿਊਸ ਕਰ ਲੈਂਦੇ ਹਾਂ। ਅਗਲੀ ਐਡਵਾਂਟੇਜ ਹੈਗੀ ਡਿਬਗਿੰਗ ਇਜ਼ ਈਜ਼ੀ। ਹਾਂ, ਜਦੋਂ ਅਸੀਂ ਛੋਟੇ ਛੋਟੇ ਸਬ ਫੰਕਸ਼ਨਸ ਲਿਖ ਲੈਂਦੇ ਹਾਂ ਅਤੇ ਸਾਨੂੰ ਡਿਬਗ ਕਰਨਾ ਪ੍ਰੋਗਰਾਮ ਦੇ ਵਿੱਚੋਂ ਜਿਹੜੀਆਂ ਐਰਰਸ ਹੈਗੀਆਂ ਉਹਨੂੰ ਰਿਮੂਵ ਕਰਨਾ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ ਵਾ। ਦੂਸਰੀ ਗੱਲ ਹੈਗੀ ਰੀਯੂਜ਼ੇਬਿਲਿਟੀ ਆਫ ਫੰਕਸ਼ਨ ਨੂੰ ਅਸੀਂ
ਮੇਨ ਫੰਕਸ਼ਨ ਤੋਂ ਜਿੰਨੀ ਵਾਰ ਮਰਜ਼ੀ ਕਾਲ ਕਰ ਲਈਏ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਰੀਯੂਜ਼ੇਬਿਲਟੀ ਆਫ ਫੰਕਸ਼ਨ। ਸਾਨੂੰ ਦੁਬਾਰਾ ਕੋਡ ਨਹੀਂ ਲਿਖਣਾ ਪੈਂਦਾ, ਇੱਕ ਹੀ ਵਾਰੀ ਅਸੀਂ ਫੰਕਸ਼ਨ ਜਿਹੜਾ ਹੈਗਾ ਲਿਖ ਲਿਆ, ਉਹਨੂੰ ਜਿੰਨੀ ਵਾਰ ਚਾਹੀਏ ਉਨੀ ਵਾਰੀ ਅਸੀਂ ਕਾਲ ਕਰ ਲਈਏ। ਤਾਂ ਇਹ ਸਾਡੀ ਐਡਵਾਂਟੇਜ ਕੀ ਹੋਗੀ, ਰੀਯੂਜ਼ੇਬਿਲਟੀ ਆਫ ਫੰਕਸ਼ਨ। ਹੁਣ ਅਗਲੀ ਐਡਵਾਂਟੇਜ ਕੀ ਹੈਗੀ ਕਿ ਇਹ ਸਾਡੇ ਜਿਹੜਾ ਅਸੀਂ ਫੰਕਸ਼ਨ ਲਿਖ ਲੈਂਦੇ ਹਾਂ, ਜਦੋਂ ਅਸੀਂ ਇਹਨੂੰ ਕੰਪਾਈਲ ਕਰ ਲੈਂਦੇ ਹਾਂ ਤੇ ਇਹ ਸਾਨੂੰ ਰਿਜ਼ਲਟ ਦੇਣੇ ਪ੍ਰੋਪਰ ਠੀਕ ਸ਼ੁਰੂ ਹੋ ਜਾਂਦਾ ਵਾ, ਤੇ ਅਸੀਂ ਇਹਨੂੰ ਜਿਹੜਾ ਹੈਗਾ ਲਾਇਬ੍ਰੇਰੀ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ, ਤੇ ਇੱਕ ਸਾਡੀ ਪ੍ਰੋਪਰਟੀ ਬਣ ਜਾਂਦੀ ਆ। ਫਿਊਚਰ ਦੇ ਵਿੱਚ ਜਦੋਂ ਵੀ ਅਸੀਂ ਚਾਹੀਏ ਇਹਨੂੰ ਜਿਹੜਾ ਹੈਗਾ ਵਾ ਉਹ ਅਸੀਂ ਕਾਲ ਕਰ ਸਕਦੇ ਹਾਂ। ਹੁਣ ਅਗਲੀ ਗੱਲ ਹੈਗੀ ਆ ਕਿ ਜਿਹੜੇ ਫੰਕਸ਼ਨ ਅਸੀਂ ਲਿਖਦੇ ਹਾਂ ਇਹਨਾਂ ਦਾ ਤਰੀਕਾਕਾਰ ਕੀ ਹੈਗਾ ਵਾ। ਪਹਿਲਾਂ ਕੀ ਹੈਗਾ, ਅਸੀਂ ਫੰਕਸ਼ਨ ਨੂੰ ਡਿਫਾਈਨ ਕਰਦੇ ਹਾਂ। ਦੂਸਰੀ ਗੱਲ ਹੈਗੀ ਆ ਫੰਕਸ਼ਨ ਜਿਹੜਾ ਹੈਗਾ ਵਾ ਉਹ ਪ੍ਰੋਟੋਟਾਈਪ ਵੀ ਹੋ ਸਕਦਾ ਵਾ। ਫਿਰ ਅਸੀਂ ਕਾਲਿੰਗ ਇਹ ਫੰਕਸ਼ਨ ਨੂੰ ਅਸੀਂ ਕਾਲ ਜਿਹੜਾ ਹੈਗਾ ਉਹ ਕਰਦੇ ਹਾਂ। ਤਾਂ ਪਹਿਲੀ ਗੱਲ ਹੈਗੀ ਡਿਫਾਈਨਿੰਗ ਇਹ ਫੰਕਸ਼ਨ ਨੂੰ ਅਸੀਂ ਡਿਫਾਈਨ ਕਿੱਦਾਂ ਕਰਦੇ ਹਾਂ। ਅਸੀਂ ਜਿਹੜਾ ਉਹ ਲਿਖਦੇ ਹਾਂ, ਦੇਖੋ ਐਂਗਲ ਬ੍ਰੈਕਟ ਦੇ ਵਿੱਚ ਅਸੀਂ ਲਿਖਿਆ ਹੋਇਆ ਰਿਟਰਨ ਡੇਟਾ ਟਾਈਪ, ਅੱਗੇ ਲਿਖਿਆ ਫੰਕਸ਼ਨ ਨੇਮ, ਅੱਗੇ ਅਸੀਂ ਰਾਊਂਡ ਬ੍ਰੈਕਟ ਦੇ ਵਿੱਚ ਲਿਖਿਆ ਫਾਰਮਲ ਆਰਗੂਮੈਂਟਸ। ਤਾਂ ਇਹ ਲਿਖਦੇ ਹਾਂ, ਫਿਰ ਅਸੀਂ ਬ੍ਰੇਸ ਸਟਾਰਟ ਕਰਦੇ ਹਾਂ, ਫਿਰ ਅਸੀਂ ਜਿਹੜੀਆਂ ਹੈਗੀਆਂ ਸਟੇਟਮੈਂਟ ਲਿਖਦੇ ਹਾਂ, ਜਿੱਦਾਂ ਇਹਦੇ ਵਿੱਚ ਲਿਖੀ ਸਟੇਟਮੈਂਟ 1 ਸਟੇਟਮੈਂਟ 2 ਸਟੇਟਮੈਂਟ n। ਤੇ ਫਿਰ ਜਿਹੜਾ ਹੈਗਾ ਫੰਕਸ਼ਨ ਦਾ ਐਂਡ ਹੁੰਦਾ ਵਾ ਰਿਟਰਨ ਸਟੇਟਮੈਂਟ ਦੇ ਨਾਲ, ਰਿਟਰਨ ਐਕਸਪ੍ਰੈਸ਼ਨ ਆਫ ਰਿਟਰਨ ਡੇਟਾ ਟਾਈਪ। ਤੇ ਅਸੀਂ ਜਿਸ ਟਾਈਪ ਦਾ ਸਾਨੂੰ ਜਿਹੜਾ ਹੈਗਾ ਅਸੀਂ ਰਿਜ਼ਲਟ ਜਿਹੜਾ ਹੈਗਾ ਵਾਪਸ ਮੇਨ ਪ੍ਰੋਗਰਾਮ ਨੂੰ ਰਿਟਰਨ ਕਰਨਾ ਵਾ, ਉਸ ਤਰ੍ਹਾਂ ਦੀ ਅਸੀਂ ਜਿਹੜੀ ਹੈਗੀ ਹੈ ਡੇਟਾ ਟਾਈਪ ਦਾ ਜਿਹੜਾ ਹੈਗਾ ਵਾ ਰਿਜ਼ਲਟ ਆ ਉਹ ਵਾਪਸ ਕਰਦੇ ਹਾਂ। ਤੇ ਹੁਣ ਜਿਹੜੀ ਹੈਗੀ ਜੇ ਦੁਬਾਰਾ ਅਸੀਂ ਕਰੀਏ ਤੇ ਫਿਰ ਕੀ ਫਸਟ ਲਾਈਨ ਆਫ ਫੰਕਸ਼ਨ ਕੰਟੇਨਸ, ਪਹਿਲੀ ਜਿਹੜੀ ਹੈਗੀ ਆ ਲਾਈਨ ਫੰਕਸ਼ਨ ਦੀ ਉਹ ਕੀ ਕੰਟੇਨ ਕਰਦੀ ਹੈ, ਰਿਟਰਨ ਡੇਟਾ ਟਾਈਪ। ਦੂਸਰਾ ਕੀ ਕਰਦੀ ਹੈ, ਫੰਕਸ਼ਨ ਨੇਮ। ਤੀਸਰਾ ਕੀ ਹੈ, ਆਰਗੂਮੈਂਟ ਲਿਸਟ। ਆਰਗੂਮੈਂਟ ਲਿਸਟ ਕੀ ਹੈਗਾ, ਜਿੱਥੇ ਅਸੀਂ ਲਿਖਿਆ ਫਾਰਮਲ ਆਰਗੂਮੈਂਟ ਲਿਸਟ। ਇਹ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਾਡੀਆਂ ਜਿਹੜੀਆਂ ਫਾਰਮਲ ਆਰਗੂਮੈਂਟਸ ਉਹ ਹੋ ਸਕਦੀਆਂ ਵਾ, ਜਿਨ੍ਹਾਂ ਦੇ ਥਰੂ ਅਸੀਂ ਫੰਕਸ਼ਨ ਦੀ ਬੋਡੀ ਨੂੰ ਜਿਹੜੀਆਂ ਹੈਗੀਆਂ ਵੈਲਿਊ ਪਾਸ ਕਰਨੀਆਂ ਹਨ। ਰਿਟਰਨ ਡੇਟਾ ਟਾਈਪ ਦਾ ਮਤਲਬ ਹੈਗਾ ਕਿ ਫੰਕਸ਼ਨ ਜਦੋਂ ਰਿਜ਼ਲਟ ਕੈਲਕੂਲੇਟ ਕਰਦਾ ਵਾ ਤੇ ਉਹ ਕਿਸ ਕਿਸਮ ਦਾ ਕਿਸ ਤਰ੍ਹਾਂ ਦੀ ਜਿਹੜੀ ਵੈਲਿਊ ਆ ਉਹ ਮੇਨ ਫੰਕਸ਼ਨ ਨੂੰ ਰਿਟਰਨ ਕਰੇਗਾ। ਈਦਰ ਇਟ ਸ਼ੁੱਡ ਬੀ ਇੰਟੀਜਰ ਔਰ ਕਰੈਕਟਰ ਔਰ ਡੇਟ। ਤਾਂ ਇਸ ਤਰ੍ਹਾਂ ਦੀ ਕਿਸ ਔਰ ਬੂਲੀਅਨ, ਇਸ ਤਰ੍ਹਾਂ ਦੀ ਕਿਹੜੀ ਵੈਲਿਊ ਜਿਹੜੀ ਹੈਗੀ ਇਹ ਰਿਟਰਨ ਕਰੇਗਾ। ਹੁਣ ਜਿੱਦਾਂ ਅਸੀਂ ਇਹਦੀ ਐਗਜ਼ਾਮਪਲ ਲੈਂਦੇ ਹਾਂ, ਇਹ ਸਾਡੇ ਕੋਲ ਇੱਕ ਫੰਕਸ਼ਨ ਹੈਗਾ